ਮੇਰੇ ਜੀਜਾ ਜੀ ਪੁਲਿਸ ਵਿੱਚ ਰੋਜ਼ਾਨਾ ਗਰੀਬ ਲੋਕਾਂ ਨੂੰ ਧਮਕਾ ਕੇ ਉਹਨਾਂ ਤੋਂ ਪੈਸੇ ਲੈਂਦੇ ਸੀ। ਜਦੋਂ ਮੇਰੀ ਭੈਣ ਉਹਨਾਂ ਨੂੰ ਮਨਾ ਕਰਦੀ ਤਾਂ ਉਹ ਉਸ ਨੂੰ ਵੀ ਗੁੱਸੇ ਹੁੰਦੇ ਤੇ ਕਹਿੰਦਾ ਕਿ ਤੂੰ ਆਪਣੇ ਕੰਮ ਤੱਕ ਧਿਆਨ ਰੱਖ। ਇੱਕ ਦਿਨ ਨਾਕੇ ਤੇ ਇੱਕ ਕੁੜੀ ਤੇ ਚੋਰੀ ਦਾ ਇਲਜ਼ਾਮ ਲਾ ਕੇ ਉਸ ਤੋਂ ਸੋਨੇ ਦਾ ਸੈੱਟ ਲੈ ਆਇਆ ਤੇ ਉਹ ਕੁੜੀ ਪਿੱਛੇ ਪਿੱਛੇ ਘਰ ਤੱਕ ਆ ਗਈ। ਭੈਣ ਨੂੰ ਕਿਹਾ ਕਿ ਮੇਰੀ ਧੀ ਦਾ ਵਿਆਹ ਟੁੱਟ ਜਾਊਗਾ, ਮੈਨੂੰ ਆਪਣੇ ਘਰ ਵਾਲੇ ਤੋਂ ਸੈੱਟ ਵਾਪਸ ਕਰਵਾ ਦਿਓ। ਮੇਰੇ ਜੀਜਾ ਜੀ ਨੇ ਉਸ ਨੂੰ ਧਮਕਾ ਕੇ ਵਾਪਸ ਭੇਜ ਦਿੱਤਾ। ਕੁਝ ਸਾਲਾਂ ਬਾਅਦ ਮੇਰੀ ਭੈਣ ਦੀ ਨਣਦ ਦਾ ਵਿਆਹ ਸੀ। ਉਹੀ ਸੈੱਟ ਮੇਰੀ ਭੈਣ ਨੇ ਆਪਣੀ ਨਣਦ ਨੂੰ ਪਾ ਦਿੱਤਾ। ਜਦੋਂ ਉਹ ਸੈੱਟ ਅਚਾਨਕ ਉਸਦੇ ਘਰ ਵਾਲੇ ਨੇ ਦੇਖਿਆ ਤਾਂ ਵਿਆਹ ਤੋਂ ਨਾ ਕਰ ਦਿੱਤੀ। ਮੇਰੇ ਜੀਜਾ ਜੀ ਸਿਰ ਫੜ ਕੇ ਬਹਿ ਗਏ ਕਿਉਂਕਿ ਉਹ ਟਾਈਮ ਤੋਂ ਬਾਅਦ ਮੈਂ ਖੁਸ਼ੀ ਦਾ ਦਿਨ ਦੇਖਿਆ ਸੀ। ਮੇਰੀ ਭੈਣ ਦਾ ਘਰ ਰੰਗ ਬਰੰਗੀਆਂ ਲਾਈਟਾਂ ਨਾਲ ਸਜਿਆ ਹੋਇਆ ਸੀ ਤੇ ਉਸ ਦੀ ਨਣਦ ਦੁਲਹਨ ਬਣੀ ਬੈਠੀ ਸੀ। ਮੇਰੇ ਜੀਜਾ ਜੀ ਬਿਮਾਰ ਰਹਿਣ ਲੱਗੇ। ਹਾਲੇ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਆਏ ਆਪਣੀ ਭੈਣ ਦਾ ਵਿਆਹ ਦੇਖ ਸਕਣ। ਇੱਕ ਸਮਾਂ ਸੀ ਜਦੋਂ ਉਸ ਦੀ ਸਿਹਤ ਨੂੰ ਦੇਖ ਕੇ ਲੋਕ ਡਰਦੇ ਸੀ। ਜਿਸ ਮੁਜਰਮ ਨੂੰ ਮਾਰਦਾ ਉਸ ਤੋਂ ਜੁਰਮ ਬੁਲਵਾ ਲੈਂਦਾ ਸੀ, ਚਾਹੇ ਉਹ ਜੁਰਮ ਉਸਨੇ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ। ਪਰ ਹੁਣ ਸੁੱਕ ਕੇ ਬਿਲਕੁਲ ਕੰਡਾ ਹੋ ਗਿਆ ਸੀ ਕਿਉਂਕਿ ਬਹੁਤ ਸਮੇਂ ਤੋਂ ਉਹ ਹਸਪਤਾਲ ਵਿੱਚ ਦਾਖਲ ਸੀ। ਸਾਰੀ ਤਿਆਰੀ ਮੇਰੀ ਭੈਣ ਨੇ ਤੇ ਉਹਨਾਂ ਦੇ ਬੇਟੇ ਨੇ ਕੀਤੀ ਸੀ। ਮੁੰਡੇ ਦੇ ਮਾਪਿਓ ਜਿਉਂਦੇ ਨਹੀਂ ਸੀ, ਬਸ ਇੱਕ ਵੱਡੀ ਭੈਣ ਸੀ ਜੋ ਬਹੁਤ ਚੰਗੇ ਸੁਭਾਅ ਦੀ ਸੀ। ਮੇਰੀ ਭੈਣ ਨੇ ਉਸ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਮੈਂ ਤੁਹਾਨੂੰ ਕੋਈ ਗਹਿਣਾ ਨਹੀਂ ਪਾ ਸਕਦੀ, ਮੇਰੇ ਕੋਲ ਕੁਝ ਨਹੀਂ। ਉਹ ਬਹੁਤ ਚੰਗੀ ਆਦਤ ਦੀ ਸੀ ਤੇ ਉਹ ਕਹਿਣ ਲੱਗੀ, ਸਾਨੂੰ ਤੁਹਾਡੀ ਧੀ ਤੋਂ ਬਿਨਾਂ ਕੁਝ ਨਹੀਂ ਚਾਹੀਦਾ। ਮੇਰੀ ਭੈਣ ਬਹੁਤ ਖੁਸ਼ ਹੋ ਗਈ ਕਿ ਚਲੋ ਮੇਰੀ ਨਣਦ ਨੂੰ ਵਧੀਆ ਸਹੁਰੇ ਮਿਲ ਗਏ ਸੀ। ਉਸ ਕੁੜੀ ਦਾ ਇੱਕ ਹੀ ਭਰਾ ਸੀ ਤੇ ਉਸ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ। ਉਹ ਆਪਣੇ ਭਾਈ ਦੇ ਸਾਰੇ ਚਾਅ ਪੂਰੇ ਕਰਨਾ ਚਾਹੁੰਦੀ ਸੀ। ਹਾਲੇ ਬਰਾਤ ਨਹੀਂ ਆਈ ਸੀ ਤੇ ਆਉਣ ਵਾਲੀ ਸੀ। ਜਦੋਂ ਮੇਰੇ ਜੀਜਾ ਜੀ ਨੇ ਇੱਕ ਲਾਲ ਰੰਗ ਦੇ ਮਖਮਲੀ ਡੱਬੇ ਨੂੰ ਮੇਰੀ ਭੈਣ ਨੂੰ ਫੜਾਇਆ ਤੇ ਕਹਿਣ ਲੱਗੇ, ਇਹ ਮੇਰੀ ਤਰਫ ਤੋਂ ਮੇਰੀ ਭੈਣ ਨੂੰ ਦੇ ਦੇ। ਭੈਣ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ ਤਾਂ ਉਹ ਕਹਿਣ ਲੱਗੇ, ਇਸ ਵਿੱਚ ਸੈੱਟ ਹੈ, ਤੈਨੂੰ ਸਹੁੰ ਲੱਗੇ ਤੂੰ ਨਾ ਕਰੀਂ। ਉਹ ਬਹੁਤ ਬਿਮਾਰ ਸੀ। ਉਹਨਾਂ ਨੂੰ ਦੇਖਦੇ ਹੋਏ ਮੇਰੀ ਭੈਣ ਨੇ ਉਹ ਸੈੱਟ ਰੱਖ ਲਿਆ। ਥੋੜੀ ਦੇਰ ਵਿੱਚ ਬਰਾਤ ਆ ਚੁੱਕੀ ਸੀ। ਮੁੰਡੇ ਦੀ ਭੈਣ ਸੀ, ਉਸਨੇ ਕਿਸੇ ਚੀਜ਼ ਦੀ ਡਿਮਾਂਡ ਨਹੀਂ ਕੀਤੀ ਸੀ ਤੇ ਬਰਾਤ ਵਿੱਚ ਸਿਰਫ 20 ਲੋਕ ਹੀ ਆਏ ਸੀ ਤੇ ਬਾਰ-ਬਾਰ ਭੈਣ ਨੂੰ ਕਹਿ ਰਹੀ ਸੀ, ਤੁਸੀਂ ਖਾਣ ਪੀਣ ਦੀ ਚਿੰਤਾ ਨਾ ਕਰੋ, ਜੋ ਖਰਚਾ ਹੋਵੇਗਾ ਮੈਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੀ। ਮੇਰੀ ਭੈਣ ਨੇ ਕਿਹਾ ਕਿ ਨਹੀਂ, ਸਾਰੇ ਇੰਤਜ਼ਾਮ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਪਤਾ ਨਹੀਂ ਮੇਰੇ ਕਿੰਨੇ ਚੰਗੇ ਕਰਮ ਕੀਤੇ ਹੋਏ ਸੀ। ਮੇਰੀ ਨਣਦ ਨੂੰ ਬਹੁਤ ਚੰਗੇ ਲੋਕ ਮਿਲ ਗਏ, ਨਹੀਂ ਤਾਂ ਅੱਜ ਦੇ ਟਾਈਮ ਵਿੱਚ ਇਹੋ ਜਿਹੇ ਲੋਕ ਕਿੱਥੇ ਮਿਲਦੇ ਨੇ। ਮੇਰੀ ਨਣਦ ਦੇ ਲਈ ਬਹੁਤ ਰਿਸ਼ਤੇ ਆਏ ਸੀ। ਉਹ ਬਹੁਤ ਸੋਹਣੀ ਸੀ ਪਰ ਅਸੀਂ ਲੋਕਾਂ ਦੀ ਡਿਮਾਂਡ ਨਹੀਂ ਪੂਰੀ ਕਰ ਸਕਦੇ ਸੀ। ਦਹੇਜ ਦੇ ਨਾਂ ਤੇ ਲੋਕ ਡਿਮਾਂਡ ਕਰਦੇ ਸੀ ਜੋ ਅਸੀਂ ਪੂਰੀ ਨਹੀਂ ਕਰ ਸਕਦੇ ਸੀ ਕਿਉਂਕਿ ਮੇਰੇ ਜੀਜਾ ਜੀ ਦੀ ਬਿਮਾਰੀ ਤੇ ਬਹੁਤ ਪੈਸੇ ਲੱਗ ਜਾਂਦੇ ਸੀ ਤੇ ਫਿਰ ਉੱਤੋਂ ਮਹਿੰਗਾਈ ਬਹੁਤ ਸੀ। ਮੇਰੀ ਭੈਣ ਨੇ ਆਪਣੀ ਨਣਦ ਨੂੰ ਆਪਣੀ ਧੀ ਵਾਂਗ ਪਾਲਿਆ ਸੀ। ਬਹੁਤ ਚਿੰਤਾ ਕਰਦੀ ਸੀ ਕਿ ਪਤਾ ਨਹੀਂ ਇਸ ਨੂੰ ਵਧੀਆ ਘਰ ਮਿਲੂਗਾ ਵੀ ਕਿ ਨਹੀਂ। ਇਹ ਰਿਸ਼ਤਾ ਬਹੁਤ ਵਧੀਆ ਸੀ। ਮੁੰਡਾ ਬਹੁਤ ਸੋਹਣਾ ਸੁਨੱਖਾ ਸੀ, ਚੰਗਾ ਕਮਾਉਂਦਾ ਸੀ ਤੇ ਮੇਰੀ ਭੈਣ ਬਾਰ-ਬਾਰ ਪਰਮਾਤਮਾ ਦਾ ਸ਼ੁਕਰ ਕਰ ਰਹੀ ਸੀ ਕਿ ਉਸ ਦੀ ਪਰਮਾਤਮਾ ਨੇ ਸੁਣ ਲਈ। ਬਰਾਤ ਆ ਗਈ ਸੀ ਪਰ ਜਿੱਦਾਂ ਹੀ ਫੇਰੇ ਹੋਣ ਦਾ ਸਮਾਂ ਆਇਆ ਤਾਂ ਮੇਰੇ ਜੀਜਾ ਜੀ ਨੇ ਮੇਰੀ ਭੈਣ ਨੂੰ ਕਿਹਾ ਕਿ ਉਹ ਸੋਨੇ ਦਾ ਸੈੱਟ ਆਪਣੀ ਨਣਦ ਨੂੰ ਪਾ ਦੇਵੇ। ਸੈੱਟ ਪਾਉਣ ਲਈ ਜਿੱਦਾਂ ਹੀ ਭੈਣ ਨੇ ਡੱਬਾ ਖੋਲ੍ਹਿਆ ਤਾਂ ਮੁੰਡੇ ਦੀ ਭੈਣ ਨੇ ਸੈੱਟ ਨੂੰ ਦੇਖਿਆ ਤਾਂ ਉਸ ਦਾ ਰੰਗ ਉੱਡ ਗਿਆ। ਉਹ ਮੇਰੇ ਜੀਜਾ ਜੀ ਵੱਲ ਦੇਖਣ ਲੱਗੀ ਤੇ ਉਹ ਸੈੱਟ ਮੇਰੀ ਭੈਣ ਨੇ ਆਪਣੀ ਨਣਦ ਨੂੰ ਪਾ ਦਿੱਤਾ। ਮੁੰਡੇ ਦੀ ਭੈਣ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਫੇਰੇ ਸ਼ੁਰੂ ਹੋਣ ਤੋਂ ਪਹਿਲਾਂ ਉਸਨੇ ਆਪਣੇ ਭਰਾ ਦੇ ਕੰਨ ਵਿੱਚ ਪਤਾ ਨਹੀਂ ਕੀ ਕਿਹਾ ਤੇ ਉਹ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ, ਇਹ ਵਿਆਹ ਨਹੀਂ ਕਰਾਂਗਾ। ਇਹ ਸੁਣਨਾ ਹੀ ਸੀ ਕਿ ਸਭ ਦੇ ਹੋਸ਼ ਉੱਡ ਗਏ। ਜਦੋਂ ਮੇਰੀ ਭੈਣ ਨੇ ਕਾਰਨ ਪੁੱਛਿਆ ਤਾਂ ਉਹਨਾਂ ਨੇ ਜੋ ਦੱਸਿਆ, ਸਭ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰੇ ਜੀਜਾ ਜੀ ਇੱਕ ਪੁਲਿਸ ਇੰਸਪੈਕਟਰ ਸੀ। ਜਦੋਂ ਵੀ ਉਹਨਾਂ ਦੀ ਡਿਊਟੀ ਨਾਕੇ ਤੇ ਹੁੰਦੀ, ਉਹ ਆਉਣ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲੈਂਦਾ ਸੀ। ਜਿਹੜਾ ਵੀ ਕੀਮਤੀ ਸਮਾਨ ਹੁੰਦਾ ਉਸ ਨੂੰ ਆਪਣੇ ਕੋਲ ਰੱਖ ਲੈਂਦਾ ਤੇ ਜੇ ਕੋਈ ਆਪਣੀ ਚੀਜ਼ ਵਾਪਸ ਮੰਗਦਾ ਤਾਂ ਉਸ ਨੂੰ ਧਮਕੀਆਂ ਦਿੰਦਾ। ਏਦਾਂ ਹੀ ਸਮਾਂ ਬੀਤਦਾ ਰਿਹਾ। ਇੱਕ ਰਾਤ 11 ਵਜੇ ਵਿਹੜੇ ਵਿੱਚ ਬਿੱਲੀਆਂ ਦੇ ਰੋਣ ਦੀ ਆਵਾਜ਼ ਸੁਣ ਕੇ ਮੇਰੀ ਭੈਣ ਡਰ ਕੇ ਉੱਠ ਗਈ ਤੇ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਇੰਨੀ ਦੇਰ ਹੋ ਚੁੱਕੀ ਸੀ ਪਰ ਜੀਜਾ ਜੀ ਹਾਲੇ ਤੱਕ ਘਰ ਨਹੀਂ ਸੀ ਆਏ। ਦਿਲ ਵਿੱਚ ਪਤਾ ਨਹੀਂ ਕਿਹੋ ਜਿਹੇ ਖਿਆਲ ਆ ਰਹੇ ਸੀ। ਉਹ ਡਰ ਰਹੀ ਸੀ ਕਿ ਪਤਾ ਨਹੀਂ ਕਿਸ ਗਰੀਬ ਬੇਵਸ ਦੀ ਉਸਨੇ ਕਮਾਈ ਲੁੱਟੀ ਹੋਣੀ। ਉਹ ਹਰ ਸਮੇਂ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ ਕਿ ਮੇਰੇ ਜੀਜਾ ਜੀ ਨੂੰ ਪਰਮਾਤਮਾ ਅਕਲ ਦੇਵੇ। ਉਹ ਜਿਨ੍ਹਾਂ ਲੋਕਾਂ ਨਾਲ ਏਦਾਂ ਕਰ ਰਹੇ ਸੀ, ਉਹਨਾਂ ਲੋਕਾਂ ਦੀਆਂ ਸਿਸਕੀਆਂ ਕਿਤੇ ਸਾਨੂੰ ਬਰਬਾਦ ਨਾ ਕਰ ਦੇਣ।
ਮੇਰੀ ਭੈਣ ਸੋਚ ਰਹੀ ਸੀ ਕਿ ਜਦੋਂ ਦਰਵਾਜ਼ੇ 'ਤੇ ਦਸਤਕ ਹੋਈ, ਯਕੀਨਨ ਉਸ ਦਾ ਹੀ ਘਰ ਵਾਲਾ ਸੀ। ਉਹ ਜਲਦੀ ਨਾਲ ਉੱਠੀ ਤੇ ਦਰਵਾਜ਼ਾ ਖੋਲ੍ਹਣ ਲੱਗੀ। ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਜੀਜਾ ਜੀ ਖੜ੍ਹੇ ਸੀ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਹ ਨਸ਼ੇ ਵਿੱਚ ਰੱਜਿਆ ਸੀ ਤੇ ਲੜਖੜਾਉਂਦੇ ਹੋਏ ਕਦਮਾਂ ਨਾਲ ਅੰਦਰ ਆਇਆ ਤੇ ਮੇਰੀ ਭੈਣ ਨੂੰ ਸਹਾਰਾ ਦਿੱਤਾ। ਉਸ ਨੂੰ ਕਮਰੇ ਵਿੱਚ ਲੈ ਕੇ ਗਈ ਤੇ ਉਸ ਨੂੰ ਬੈੱਡ 'ਤੇ ਲਿਟਾ ਦਿੱਤਾ। ਉਸ ਨੇ ਆਪਣੀ ਜੇਬ ਵਿੱਚੋਂ ਕਿੰਨੇ ਹੀ ਨੋਟ 1000 ਦੇ ਕੱਢੇ ਤੇ ਬੈੱਡ 'ਤੇ ਸੁੱਟਦੇ ਹੋਏ ਕਿਹਾ ਕਿ ਅੱਜ ਤਾਂ ਬਹੁਤ ਹੀ ਕੰਗਾਲ ਲੋਕਾਂ ਨਾਲ ਵਿਆਹ ਪਿਆ ਸੀ। ਬਸ ਇੰਨੇ ਹੀ ਪੈਸੇ ਮਿਲੇ ਨੇ। ਮੇਰੀ ਭੈਣ ਬੇਬਸੀ ਨਾਲ ਉਸ ਵੱਲ ਦੇਖ ਰਹੀ ਸੀ ਕਿ ਨਾ ਜਾਣੇ ਕਿੰਨੇ ਮਜਬੂਰ ਤੇ ਬੇਬਸ ਲੋਕਾਂ ਦੀ ਉਸਨੇ ਅੱਜ ਫੇਰ ਕਮਾਈ ਲੁੱਟ ਲਈ ਸੀ। ਮੇਰੀ ਭੈਣ ਨੇ ਕਿਹਾ, ਤੁਸੀਂ ਪੁਲਿਸ ਦੀ ਵਰਦੀ ਪਾ ਕੇ ਇਹ ਬੇਈਮਾਨੀ ਕਿਉਂ ਕਰਦੇ ਹੋ? ਤੁਹਾਡਾ ਕੰਮ ਹੈ ਲੋਕਾਂ ਦੀ ਰੱਖਿਆ ਕਰਨਾ, ਉਹਨਾਂ ਨੂੰ ਲੁੱਟਣਾ ਨਹੀਂ। ਤਾਂ ਉਸਨੇ ਮੇਰੀ ਭੈਣ ਦੇ ਥੱਪੜ ਮਾਰਿਆ ਤੇ ਕਹਿਣ ਲੱਗਿਆ, ਤੂੰ ਹੁੰਦੀ ਕੌਣ ਹੈ ਮੈਨੂੰ ਦੱਸਣ ਵਾਲੀ ਕਿ ਮੈਂ ਕੀ ਕਰਨਾ ਤੇ ਕੀ ਨਹੀਂ? ਉਹ ਜਦੋਂ ਵੀ ਨਾਕੇ ਤੇ ਡਿਊਟੀ ਤੇ ਹੁੰਦਾ, ਸ਼ਰਾਬ ਪੀ ਕੇ ਘਰ ਆਉਂਦਾ। ਉਹ ਉਸ ਦਾ ਹਮੇਸ਼ਾ ਦਾ ਕੰਮ ਸੀ ਗਰੀਬਾਂ ਦੇ ਪੈਸੇ ਖੋਹ ਲੈਣਾ। ਅਗਲੇ ਦਿਨ ਜਦੋਂ ਮੇਰੇ ਜੀਜਾ ਜੀ ਰਾਤ ਨੂੰ ਆਏ ਤਾਂ ਜਿੱਦਾਂ ਹੀ ਭੈਣ ਨੇ ਦਰਵਾਜ਼ਾ ਖੋਲ੍ਹਿਆ, ਉਸਨੇ ਇੱਕ ਥੱਪੜ ਮੇਰੀ ਭੈਣ ਦੀ ਗਲ 'ਤੇ ਮਾਰਿਆ ਤੇ ਕਹਿਣ ਲੱਗਿਆ, ਕਿੰਨੀ ਲਾਪਰਵਾਹ ਜਨਾਨੀ ਹੈ, ਤੂੰ ਹਮੇਸ਼ਾ ਹੀ ਏਦਾਂ ਦਰਵਾਜ਼ਾ ਖੋਲ੍ਹਦੀ ਹੈ, ਕਦੇ ਪੁੱਛ ਕੇ ਨਹੀਂ ਖੋਲ੍ਹਦੀ? ਜੇ ਕੋਈ ਲੁਟੇਰਾ ਹੋਵੇ ਫੇਰ? ਜੀਜਾ ਜੀ ਤੋਂ ਥੱਪੜ ਖਾ ਕੇ ਮੇਰੀ ਭੈਣ ਗਿਰਨ ਤੋਂ ਬਚੀ। ਅੱਜ ਤਾਂ ਉਹ ਆਉਂਦੇ ਹੀ ਸ਼ੁਰੂ ਹੋ ਗਏ ਸੀ। ਮੇਰੀ ਭੈਣ ਸੋਚ ਰਹੀ ਸੀ, ਤੇਰੇ ਨਾਲੋਂ ਚੰਗਾ ਤਾਂ ਕੋਈ ਚੋਰ ਲੁਟੇਰਾ ਹੀ ਆ ਜਾਵੇ। ਉਹ ਮੇਰੇ ਜੀਜਾ ਜੀ ਤੋਂ ਬਹੁਤ ਡਰਦੀ ਸੀ ਕਿਉਂਕਿ ਉਹ ਬਹੁਤ ਜ਼ਾਲਮ ਸੀ, ਬਿਲਕੁਲ ਵੀ ਤਰਸ ਨਹੀਂ ਸੀ ਕਰਦਾ। ਭੈਣ ਨੇ ਜਲਦੀ ਰੋਟੀ ਬਣਾਈ ਤੇ ਜਦੋਂ ਕਮਰੇ ਵਿੱਚ ਲੈ ਕੇ ਆਈ ਤਾਂ ਬੈੱਡ ਦੇ ਉੱਤੇ ਨੋਟਾਂ ਦੇ ਢੇਰ ਲੱਗੇ ਸੀ ਤੇ ਸੋਨੇ ਦੀ ਇੱਕ ਚੇਨ ਸੀ। ਜੀਜਾ ਜੀ ਨੇ ਮੇਰੀ ਭੈਣ ਨੂੰ ਕਿਹਾ, ਇਹ ਚੇਨ ਤੂੰ ਰੱਖ ਲੈ, ਅੱਜ ਬਹੁਤ ਕਮਾਈ ਹੋਈ ਹੈ। ਭੈਣ ਨੇ ਬੜੇ ਦੁੱਖ ਨਾਲ ਪੁੱਛਿਆ, ਅੱਜ ਕਿਸ ਗਰੀਬ ਦੀ ਕਮਾਈ ਲੁੱਟ ਲਈ? ਜੀਜਾ ਜੀ ਰੋਜ਼ ਹੀ ਅਜਿਹੇ ਕਾਰਨਾਮੇ ਸੁਣਾਉਂਦੇ ਸੀ ਤੇ ਕਹਿਣ ਲੱਗੇ, ਅੱਜ ਮੈਂ ਨਾਕੇ ਤੇ ਖੜਾ ਸੀ ਤਾਂ 14-15 ਸਾਲ ਦਾ ਇੱਕ ਮੁੰਡਾ ਆਇਆ। ਮੈਂ ਉਹਦੇ ਵੱਲ ਇਸ਼ਾਰਾ ਕੀਤਾ ਤਾਂ ਉਸ ਨੂੰ ਪਸੀਨੇ ਆ ਗਏ ਅਤੇ ਉਹ ਮੇਰੇ ਕੋਲ ਆ ਕੇ ਕਹਿਣ ਲੱਗਿਆ, ਨਮਸਤੇ ਸਾਹਿਬ ਜੀ, ਕੀ ਕੰਮ ਹੈ? ਇਹ ਸੁਣ ਕੇ ਜਦੋਂ ਮੈਂ ਉਸ ਦੀ ਜੇਬਾਂ ਵਿੱਚ ਹੱਥ ਪਾਇਆ ਤੇ ਉਸ ਦੀਆਂ ਜੇਬਾਂ ਵਿੱਚੋਂ 50 ਤੇ 100 ਦੇ ਨੋਟ ਨਿਕਲੇ। ਮੈਂ ਉਸ ਦੇ ਪੈਸੇ ਖੋਹ ਲਏ ਤੇ ਕਿਹਾ ਕਿ ਹੁਣ ਮੇਰੇ ਹੋ ਗਏ ਤੇ ਤੂੰ ਇੱਥੋਂ ਜਾ। ਤੇ ਉਹ ਹੱਥ ਜੋੜ ਕੇ ਮੈਨੂੰ ਕਹਿਣ ਲੱਗਿਆ, ਏਦਾਂ ਨਾ ਕਰੋ, ਮੇਰੀ ਸਾਰੇ ਦਿਨ ਦੀ ਕਮਾਈ ਹੈ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ। ਉਹ ਰੋਣ ਲੱਗਿਆ ਸੀ। ਉਸ ਦੇ ਹੱਥਾਂ 'ਤੇ ਛਾਲੇ ਬਣ ਚੁੱਕੇ ਸੀ। ਉਸ ਦੀ ਚੱਪਲ ਵੀ ਟੁੱਟੀ ਹੋਈ ਸੀ ਤੇ ਤਾਰਾਂ ਨਾਲ ਜੋੜੀ ਹੋਈ ਸੀ। ਉਸ ਦੀ ਹਾਲਤ ਇੱਕ ਭਿਖਾਰੀ ਤੋਂ ਵੀ ਮਾੜੀ ਸੀ। ਮੇਰੇ ਜੀਜਾ ਜੀ ਕਹਿਣ ਲੱਗੇ ਕਿ ਨਾ ਜਾਣੇ ਕਿਉਂ ਮੈਂ ਕੁਝ ਦੇਰ ਲਈ ਇਸ ਕੰਮ 'ਤੇ ਅਫਸੋਸ ਕੀਤਾ, ਪਰ ਫਿਰ ਮੈਂ ਆਪਣੇ ਦਿਮਾਗ ਨੂੰ ਕਿਹਾ ਕਿ ਮੈਨੂੰ ਇਸ ਬਾਰੇ ਨਹੀਂ ਸੋਚਣਾ ਕਿਉਂਕਿ ਮੈਂ ਆਪਣਾ ਘਰ ਵੀ ਚਲਾਉਣਾ ਹੈ। ਮੈਨੂੰ ਬਹੁਤ ਦੁੱਖ ਹੋਇਆ ਅਤੇ ਭੈਣ ਦਾ ਧਿਆਨ ਉਸ ਬੱਚੇ ਦੇ ਘਰਦਿਆਂ ਵੱਲ ਗਿਆ। ਕੀ ਪਤਾ ਨਹੀਂ ਅੱਜ ਫੇਰ ਉਹ ਭੁੱਖੇ ਸੋਏ ਹੋਣੇ, ਜਦੋਂ ਕਿ ਮੇਰੇ ਜੀਜਾ ਜੀ ਚੰਗੇ ਪਕਵਾਨ ਖਾ ਕੇ ਸੌਂ ਰਹੇ ਸੀ। ਭੁੱਖ ਤਾਂ ਉਹਨਾਂ ਨੂੰ ਵੀ ਲੱਗੀ ਹੋਣੀ। ਮੇਰੀ ਭੈਣ ਨੇ ਜਦੋਂ ਪੈਸਿਆਂ ਵੱਲ ਦੇਖਿਆ ਤਾਂ ਉਸ ਦੀ ਭੁੱਖ ਮਿਟ ਚੁੱਕੀ ਸੀ। ਉਹਨਾਂ ਨੂੰ ਪਰੇਸ਼ਾਨ ਦੇਖ ਕੇ ਮੇਰੇ ਜੀਜਾ ਜੀ ਨੇ ਪੁੱਛਿਆ, ਕੀ ਗੱਲ, ਤੂੰ ਰੋਟੀ ਨਹੀਂ ਖਾਣੀ ਕਿ ਮੇਰੇ ਤੋਂ ਪਹਿਲਾਂ ਖਾ ਚੁੱਕੀ ਹੈ? ਤਾਂ ਮੇਰੀ ਭੈਣ ਨੇ ਕਿਹਾ, ਨਹੀਂ, ਇਹਨਾਂ ਪੈਸਿਆਂ ਦੀ ਚੀਜ਼ ਮੈਂ ਕਿੱਦਾਂ ਖਾ ਸਕਦੀ ਹਾਂ ਜਿਸ ਵਿੱਚ ਗਰੀਬ ਲੋਕਾਂ ਦੀਆਂ ਆਹਾਂ ਸ਼ਾਮਲ ਨੇ। ਤੁਸੀਂ ਇਹ ਕੰਮ ਛੱਡ ਕਿਉਂ ਨਹੀਂ ਦਿੰਦੇ? ਇੰਨੀ ਚੰਗੀ ਭਲੀ ਨੌਕਰੀ ਹੈ, ਚੰਗਾ ਕਮਾ ਲੈਂਦੇ ਹੋ, ਇਹਦੇ ਬਾਵਜੂਦ ਲਾਲਚ ਕਿਉਂ ਕਰਦੇ ਹੋ? ਜੀਜਾ ਜੀ ਨੇ ਕਿਹਾ, ਤੂੰ ਭੁੱਖੇ ਰਹਿਣਾ ਹੈ ਰਹਿ, ਪਰ ਮੇਰਾ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਅਸੀਂ ਲੋਕਾਂ ਦੀ ਰੱਖਿਆ ਕਰਦੇ ਹਾਂ, ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਸਾਨੂੰ ਵੀ ਥੋੜ੍ਹਾ ਬਹੁਤ ਖਰਚਾ ਦੇਣ। ਮੇਰੀ ਭੈਣ ਜੀਜਾ ਜੀ ਤੋਂ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ ਤੇ ਨਾ ਹੀ ਉਸ ਦੇ ਨਾਲ ਬਹਿਸ ਕੀਤੀ, ਬਸ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰ ਸਕਦੀ ਸੀ। ਉਹਨਾਂ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਸੀ। ਇਦਾਂ ਹੀ ਹਮੇਸ਼ਾ ਹੁੰਦਾ ਸੀ। ਗਰੀਬ ਲੋਕਾਂ ਨੂੰ ਲੁੱਟਣਾ ਜੀਜਾ ਜੀ ਦੀ ਆਦਤ ਸੀ ਤੇ ਫਿਰ ਉਹ ਘਰ ਦੀਆਂ ਚੀਜ਼ਾਂ ਇਸ ਨਾਲ ਲੈ ਕੇ ਆਉਂਦਾ। ਇੱਕ ਦਿਨ ਜਦੋਂ ਉਹ ਘਰ ਆਏ, ਹੁਣ ਬਹੁਤ ਜ਼ਿਆਦਾ ਪੈਸੇ ਸੀ। ਉਹਨਾਂ ਨੂੰ ਲੁਕਾਉਣ ਦੀ ਥਾਂ ਲੱਭ ਰਿਹਾ ਸੀ। ਮੇਰੀ ਭੈਣ ਆਰਤੀ ਕਰਕੇ ਉੱਠੀ ਸੀ। ਉਸਨੇ ਕਿਹਾ ਕਿ ਇੰਨੇ ਪੈਸੇ ਕਿੱਥੋਂ ਲੈ ਕੇ ਆਏ ਹੋ? ਅੱਜ ਕਿਸ ਤੋਂ ਇਹ ਪੈਸੇ ਖੋਏ ਨੇ? ਜੀਜਾ ਜੀ ਨੇ ਦੱਸਿਆ ਕਿ ਇਹ ਪੈਸੇ ਇੱਕ ਰਿਕਸ਼ੇ ਵਾਲੇ ਦੇ ਨੇ, ਸਿਗਨਲ ਤੋੜ ਕੇ ਜਾ ਰਿਹਾ ਸੀ। ਮੇਰੇ ਕਹਿਣ ਤੇ ਨਹੀਂ ਰੁਕਿਆ ਤੇ ਅੱਗੇ ਜਾ ਕੇ ਇੱਕ ਮੋਟਰਸਾਈਕਲ ਵਿੱਚ ਵੱਜਿਆ।
ਇਹ ਤੋਂ ਬਾਅਦ ਜੋ ਜੀਜਾ ਜੀ ਨੇ ਕਿਹਾ, ਮੇਰੀ ਭੈਣ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਹਿਣ ਲੱਗਾ, ਇਹ ਪੈਸੇ ਜਦੋਂ ਤੱਕ ਉਹ ਮੋਟਰਸਾਈਕਲ ਦੀ ਭਰਪਾਈ ਨਹੀਂ ਕਰੂਗਾ, ਉਸ ਦਾ ਰਿਕਸ਼ਾ ਪੁਲਿਸ ਸਟੇਸ਼ਨ ਵਿੱਚ ਖੜਿਆ ਰਹੂਗਾ ਤੇ ਪੈਸੇ ਮੇਰੇ ਕੋਲ ਰਹਿਣਗੇ। ਉਹ ਮੇਰੇ ਅੱਗੇ ਰੋਂਦਾ ਰਿਹਾ, ਕਹਿਣ ਲੱਗਿਆ ਕਿ ਮੇਰੇ 5 ਸਾਲ ਦੇ ਮੁੰਡੇ ਦੇ ਦਿਲ ਵਿੱਚ ਛੇਦ ਹੈ, ਮੈਂ ਉਸ ਦਾ ਆਪਰੇਸ਼ਨ ਕਰਵਾਉਣਾ ਹੈ। ਉਸ ਦੇ ਲਈ ਮੈਂ ਇਹ ਪੈਸੇ ਇਕੱਠੇ ਕੀਤੇ ਨੇ ਤੇ ਲੈ ਕੇ ਜਾ ਰਿਹਾ ਹਾਂ। ਬੜੀ ਮੁਸ਼ਕਲ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੈਸਿਆਂ ਦਾ ਇੰਤਜ਼ਾਮ ਕੀਤਾ, ਪਰ ਉਸ ਦੀਆਂ ਸਾਰੀਆਂ ਮਿੰਨਤਾਂ ਬੇਕਾਰ ਗਈਆਂ। ਮੈਂ ਇੱਕ ਕੰਨ ਤੋਂ ਸੁਣੀ ਤੇ ਦੂਜੇ ਤੋਂ ਕੱਢ ਦਿੱਤੀ। ਹੁਣ ਇਹ ਪੈਸੇ ਮੇਰੇ ਨੇ। ਜੀਜਾ ਜੀ ਦੀ ਗੱਲ ਸੁਣ ਕੇ ਭੈਣ ਦਾ ਸਰੀਰ ਕੰਬ ਗਿਆ। ਉਸਨੇ ਕੰਨਾਂ ਤੇ ਹੱਥ ਲਾਉਂਦੇ ਹੋਏ ਮੰਦਰ 'ਚ ਬੈਠ ਕੇ ਰੋਂਦੇ ਹੋਏ ਕਿਹਾ, ਕੁਝ ਤਾਂ ਰੱਬ ਤੋਂ ਡਰ, ਕਿਉਂ ਇੰਨਾ ਜ਼ਾਲਮ ਬਣ ਗਿਆ? ਤੈਨੂੰ ਉੱਪਰ ਵਾਲੇ ਤੋਂ ਡਰ ਨਹੀਂ ਲੱਗਦਾ? ਜੇ ਕੋਈ ਤੇਰੇ ਨਾਲ ਇਦਾਂ ਕਰੇ ਫੇਰ ਤੇਰੇ ਤੇ ਕੀ ਬੀਤੂਗੀ? ਰੱਬ ਨਾ ਕਰੇ ਤੇ ਉਸ ਬੱਚੇ ਦੀ ਜਾਨ ਚਲੀ ਗਈ ਤਾਂ ਤੇਰੇ ਤੇ ਰੱਬ ਦਾ ਕਹਿਰ ਟੁੱਟੂਗਾ। ਹਾਲੇ ਵੀ ਵਕਤ ਹੈ, ਜਾ ਕੇ ਉਸ ਨੂੰ ਪੈਸੇ ਦੇ ਕੇ ਆ ਤੇ ਲੋਕਾਂ ਤੇ ਜ਼ੁਲਮ ਨਾ ਕਰ। ਜੀਜਾ ਜੀ ਨੇ ਭੈਣ ਨੂੰ ਬਹੁਤ ਮਾਰਿਆ ਤੇ ਮਾਰਦੇ ਹੋਏ ਕਹਿਣ ਲੱਗੇ, ਤੇਰੀ ਇੰਨੀ ਹਿੰਮਤ ਕਿੱਦਾਂ ਹੋ ਗਈ ਜੋ ਤੂੰ ਮੇਰੇ ਅੱਗੇ ਇੰਨੀ ਜ਼ੁਬਾਨ ਚਲਾ ਰਹੀ ਹੈ? ਤੂੰ ਆਪਣੇ ਆਪ ਨੂੰ ਸਮਝਦੀ ਕੀ ਹੈ? ਤੂੰ ਇੱਕ ਗਰੀਬ ਘਰ ਤੋਂ ਆਈ ਹੈ ਤੇ ਦਹੇਜ ਦੀ ਫੁੱਟੀ ਕੌੜੀ ਨਹੀਂ ਸੀ ਲੈ ਕੇ ਆਈ। ਇੱਕ ਤਾਂ ਮੈਂ ਤੇਰੇ ਤੇ ਅਹਿਸਾਨ ਕਰਕੇ ਤੈਨੂੰ ਆਪਣੇ ਘਰ ਲੈ ਆਇਆ ਤੇ ਆਰਾਮ ਦਿੱਤਾ, ਉੱਤੋਂ ਤੂੰ ਮੈਨੂੰ ਹੀ ਅਕਲਾਂ ਦੇ ਰਹੀ ਹੈ। ਜੀਜਾ ਜੀ ਉਸ ਨੂੰ ਬੇਦਰਦੀ ਨਾਲ ਮਾਰੀ ਜਾ ਰਹੇ ਸੀ। ਇਸ ਦੇ ਬਾਵਜੂਦ ਮੇਰੀ ਭੈਣ ਇਹ ਸਾਰਾ ਜ਼ੁਲਮ ਸਹਿ ਰਹੀ ਸੀ, ਕਿਉਂਕਿ ਉਸ ਨੂੰ ਆਪਣਾ ਘਰ ਵਸਾਉਣਾ ਸੀ। ਉਹ ਫੁੱਟ-ਫੁੱਟ ਕੇ ਰੋਣ ਲੱਗਦੀ ਕਿ ਆਖਰ ਮੇਰਾ ਨਸੀਬ ਇਸ ਇਨਸਾਨ ਦੇ ਨਾਲ ਕਿਉਂ ਲਿਖਿਆ ਜੋ ਰਿਸ਼ਵਤਖੋਰ ਹੈ। ਮੇਰੀ ਭੈਣ ਦਾ ਇੱਕ ਮੁੰਡਾ ਸੀ ਤੇ ਇੱਕ ਨਣਦ ਸੀ। ਉਹ ਡਰਦੀ ਸੀ ਕਿ ਕਿਤੇ ਜੀਜਾ ਜੀ ਦੇ ਗੁਨਾਹਾਂ ਦੀ ਸਜ਼ਾ ਉਹਨਾਂ ਦੋਨਾਂ ਨੂੰ ਨਾ ਮਿਲੇ। ਫਿਰ ਕੀ ਹੋਊਗਾ? ਇਸ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਖਰਾਬ ਹੋ ਜਾਣਗੀਆਂ। ਦਿਨ-ਬ-ਦਿਨ ਉਸ ਦੀਆਂ ਆਦਤਾਂ ਖਰਾਬ ਹੁੰਦੀਆਂ ਜਾ ਰਹੀਆਂ ਸੀ। ਇੱਕ ਦਿਨ ਤਾਂ ਉਸਨੇ ਹੱਦ ਹੀ ਪਾਰ ਕਰ ਦਿੱਤੀ। ਸ਼ਾਇਦ ਉਹਨੇ ਸੋਚਿਆ ਵੀ ਨਹੀਂ ਸੀ ਕਿ ਅੱਜ ਉਸਨੇ ਜੋ ਕੀਤਾ, ਕੁਝ ਸਾਲ ਬਾਅਦ ਉਹੀ ਸਾਰਾ ਕੁਝ ਉਸਦੀ ਭੈਣ ਨਾਲ ਵੀ ਹੋਣਾ ਸੀ। ਇੱਕ ਦਿਨ ਜੀਜਾ ਜੀ ਨੂੰ ਰਿਸ਼ਵਤ ਦੀ ਕਮਾਈ ਨਾ ਹੋਈ। ਹਾਲੇ ਉਹਨਾਂ ਦੀ ਡਿਊਟੀ 'ਚ 1 ਘੰਟਾ ਬਾਕੀ ਸੀ। ਉੱਥੋਂ ਇੱਕ ਔਰਤ ਗੁਜ਼ਰ ਰਹੀ ਸੀ, ਉਸ ਦੇ ਨਾਲ 2 ਬੱਚੇ ਵੀ ਸੀ। ਉਸ ਔਰਤ ਦੇ ਕੋਲ ਇੱਕ ਬੈਗ ਸੀ ਤੇ ਲੱਗਦਾ ਸੀ ਜਿੱਦਾਂ ਕੁਝ ਖਰੀਦ ਕੇ ਲੈ ਕੇ ਆ ਰਹੀ ਸੀ। ਜੀਜਾ ਜੀ ਨੇ ਉਸ ਔਰਤ ਨੂੰ ਰੋਕ ਦਿੱਤਾ ਤੇ ਸਾਰਾ ਸਮਾਨ ਚੈੱਕ ਕਰਾਉਣ ਨੂੰ ਕਿਹਾ। ਉਹ ਵਿਚਾਰੀ ਗਰੀਬ ਸੀ। ਉਸ ਨੇ ਜਦੋਂ ਆਪਣਾ ਸਮਾਨ ਜੀਜਾ ਜੀ ਨੂੰ ਚੈੱਕ ਕਰਵਾਇਆ ਤਾਂ ਉਸ ਦੇ ਕੋਲ ਕੁਝ ਪੈਸੇ ਤੇ ਇੱਕ ਸੋਨੇ ਦਾ ਸੈੱਟ ਸੀ, ਜਿਹਨੂੰ ਦੇਖ ਕੇ ਜੀਜਾ ਜੀ ਦੀ ਨੀਤ ਬਦਲ ਗਈ। ਉਹਨੂੰ ਫੌਰਨ ਉਹ ਸੋਨੇ ਦਾ ਸੈੱਟ ਉਸ ਤੋਂ ਖੋਹ ਲਿਆ ਤੇ ਕਹਿਣ ਲੱਗਿਆ, ਇਹ ਤਾਂ ਉਹੀ ਸੈੱਟ ਹੈ ਜਿਸ ਦੀ ਖਬਰ ਸਾਨੂੰ ਮਿਲੀ ਹੈ, ਇਹ ਚੋਰੀ ਹੋ ਚੁੱਕਿਆ ਹੈ। ਉਸ ਔਰਤ ਦਾ ਚਿਹਰਾ ਉੱਡ ਗਿਆ। ਉਹ ਸਮਝ ਨਹੀਂ ਪਾ ਰਹੀ ਸੀ ਕੀ ਜਵਾਬ ਦਿੰਦੀ। ਕਹਿਣ ਲੱਗੀ, ਨਹੀਂ ਸਾਹਿਬ ਜੀ, ਇੱਦਾਂ ਦਾ ਕੁਝ ਨਹੀਂ, ਇਹ ਤਾਂ ਮੈਂ ਹੁਣੇ ਖਰੀਦ ਕੇ ਲੈ ਕੇ ਆਈ ਹਾਂ। ਪਰ ਮੇਰੇ ਜੀਜਾ ਜੀ ਨੇ ਉਸ 'ਤੇ ਚੋਰੀ ਦਾ ਇਲਜ਼ਾਮ ਲਾ ਕੇ ਉਹ ਸੈੱਟ ਰੱਖ ਲਿਆ ਅਤੇ ਉਸ ਨੂੰ ਆਪਣੇ ਘਰ ਲੈ ਕੇ ਆਏ ਤੇ ਕਹਿਣ ਲੱਗੇ, ਜੇ ਕੋਈ ਬਹਿਸ ਕੀਤੀ ਤਾਂ ਮੈਂ ਤੈਨੂੰ ਹਵਾਲਾਤ ਵਿੱਚ ਬੰਦ ਕਰ ਦੇਣਾ। ਬਹੁਤ ਡਰ ਗਈ ਸੀ ਤੇ ਮੇਰੇ ਜੀਜਾ ਜੀ ਦੀਆਂ ਮਿੰਨਤਾਂ ਕਰਦੀ ਰਹੀ, ਪਰ ਉਹ ਨਾ ਮੰਨਿਆ। ਘਰ ਆ ਗਿਆ ਤੇ ਔਰਤ ਵੀ ਉਸ ਦੇ ਪਿੱਛੇ-ਪਿੱਛੇ ਜੀਜਾ ਜੀ ਦੇ ਘਰ ਆ ਗਈ ਤੇ ਜਿੱਦਾਂ ਹੀ ਜੀਜਾ ਜੀ ਘਰ ਦੇ ਅੰਦਰ ਦਾਖਲ ਹੋਏ, ਆਪਣੇ ਕਮਰੇ ਦੀ ਜਾ ਕੇ ਸੈੱਟ ਨੂੰ ਲੁਕਾਉਣ ਲੱਗੇ। ਮੇਰੀ ਭੈਣ ਜਾਣਦੀ ਸੀ ਕਿ ਅੱਜ ਫੇਰ ਕੁਝ ਏਦਾਂ ਦਾ ਹੀ ਕੀਤਾ ਹੈ ਤੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਪਰ 10 ਮਿੰਟ ਬਾਅਦ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਣ ਲੱਗਿਆ। ਦਰਵਾਜ਼ਾ ਖੋਲ੍ਹਣ ਲਈ ਜਾਣ ਲੱਗੀ ਤਾਂ ਮੇਰੇ ਜੀਜਾ ਜੀ ਨੇ ਮੇਰੀ ਭੈਣ ਨੂੰ ਮਨਾ ਕਰ ਦਿੱਤਾ ਕਿ ਦਰਵਾਜ਼ਾ ਖੋਲ੍ਹਣ ਦੀ ਕੋਈ ਲੋੜ ਨਹੀਂ, ਗਲੀ-ਮੁਹੱਲੇ ਦੇ ਨਿਆਣੇ ਹੋਣਗੇ। ਪਰ ਭੈਣ ਨੂੰ ਬਾਹਰ ਇੱਕ ਔਰਤ ਦੇ ਰੋਣ ਦੀ ਆਵਾਜ਼ ਆ ਰਹੀ ਸੀ ਤੇ ਉਹ ਜੀਜਾ ਜੀ ਦਾ ਨਾਂ ਲੈ ਕੇ ਆਵਾਜ਼ਾਂ ਮਾਰ ਰਹੀ ਸੀ। ਜਿੱਦਾਂ ਹੀ ਮੇਰੀ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਪੱਕੀ ਉਮਰ ਦੀ ਔਰਤ ਘਰ ਦੇ ਅੰਦਰ ਦਾਖਲ ਹੋਈ ਤੇ ਰੋਂਦੀ ਹੋਈ ਕਹਿਣ ਲੱਗੀ, ਸਾਹਿਬ ਜੀ, ਮੈਨੂੰ ਸੈੱਟ ਵਾਪਸ ਕਰ ਦੇਵੋ। ਪਤਾ ਨਹੀਂ ਕਿੰਨੇ ਸਾਲ ਮੈਂ ਪੈਸੇ ਜੋੜ ਕੇ ਇਸ ਨੂੰ ਲਿਆਈ ਹਾਂ। ਕੱਲ੍ਹ ਮੇਰੀ ਧੀ ਦਾ ਵਿਆਹ ਹੈ। ਸਮੇਂ 'ਤੇ ਸੈੱਟ ਮੈਂ ਇਸ ਲਈ ਖਰੀਦਿਆ ਤਾਂ ਜੋ ਚੋਰੀ ਨਾ ਹੋ ਜਾਵੇ। ਤੁਸੀਂ ਮੇਰੇ 'ਤੇ ਜ਼ੁਲਮ ਨਾ ਕਰੋ। ਇਹ ਮੇਰੇ ਘਰ ਵਾਲੇ ਦੀ ਖੂਨ ਪਸੀਨੇ ਦੀ ਕਮਾਈ ਤੋਂ ਲਿੱਤਾ ਹੈ। ਜੇ ਮੈਂ ਆਪਣੀ ਧੀ ਨੂੰ ਇਹ ਨਾ ਦਿੱਤਾ ਤਾਂ ਉਸ ਦਾ ਘਰ ਬਰਬਾਦ ਹੋ ਜਾਊ ਤੇ ਰਿਸ਼ਤਾ ਟੁੱਟ ਜਾਊਗਾ, ਕਿਉਂਕਿ ਮੁੰਡੇ ਵਾਲਿਆਂ ਦੀ ਸ਼ਰਤ ਹੀ ਇਹੀ ਸੀ। ਪਰ ਮੇਰੇ ਜੀਜਾ ਜੀ ਨੂੰ ਉਸ 'ਤੇ ਤਰਸ ਨਾ ਆਇਆ ਤੇ ਔਰਤ ਝੋਲੀ ਫੈਲਾ ਕੇ ਗਿੜਗਿੜਾਉਣ ਲੱਗੀ,
ਰੋਣ ਲੱਗੀ ਤੇ ਉਸਨੇ ਮੇਰੀ ਭੈਣ ਨੂੰ ਕਿਹਾ, ਤੁਸੀਂ ਆਪਣੇ ਘਰ ਵਾਲੇ ਨੂੰ ਕਹੋ ਕਿ ਮੈਨੂੰ ਉਹ ਸੈੱਟ ਵਾਪਸ ਕਰ ਦੇਵੇ। ਇਸ ਤੋਂ ਪਹਿਲਾਂ ਮੇਰੀ ਭੈਣ ਜੀਜਾ ਜੀ ਨੂੰ ਕੁਝ ਕਹਿੰਦੀ, ਜੀਜਾ ਜੀ ਨੇ ਉਸਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਤੇ ਕਹਿਣ ਲੱਗਿਆ, ਦੁਬਾਰਾ ਜੇ ਇੱਥੇ ਦੇਖੀ ਤਾਂ ਤੈਨੂੰ ਤੇ ਤੇਰੀ ਧੀ ਤੇ ਤੇਰੇ ਮੁੰਡੇ ਦੇ ਨਾਲ ਹੀ ਜੇਲ੍ਹ 'ਚ ਬੰਦ ਕਰ ਦੇਣਾ। ਉਹ ਔਰਤ ਨੂੰ ਸਦਮਾ ਹੋ ਗਿਆ ਸੀ ਤੇ ਹੱਥ ਜੋੜ ਕੇ ਮਿੰਨਤਾਂ ਕਰਦੀ ਰਹੀ, ਪਰ ਮੇਰੇ ਜੀਜਾ ਜੀ ਤੇ ਕੋਈ ਅਸਰ ਨਾ ਹੋਇਆ ਤੇ ਫਿਰ ਉਹ ਉੱਥੋਂ ਚਲੀ ਗਈ। ਮੇਰੀ ਭੈਣ ਨੇ ਕਿਹਾ ਕਿ ਤੁਸੀਂ ਉਸ ਦੀ ਬਦਦੁਆ ਲਿੱਤੀ ਹੈ, ਨਾ ਜਾਣੇ ਉਸਨੇ ਕਿੱਦਾਂ ਆਪਣੀ ਧੀ ਦੇ ਵਿਆਹ ਲਈ ਸੈੱਟ ਖਰੀਦਿਆ ਸੀ। ਭੈਣ ਨੇ ਇੰਨਾ ਹੀ ਕਿਹਾ ਸੀ ਕਿ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਆਪਣੀ ਬਕਵਾਸ ਬੰਦ ਕਰ, ਜ਼ਿਆਦਾ ਹਮਦਰਦੀ ਦੀ ਜ਼ਰੂਰਤ ਨਹੀਂ। ਜੀਜਾ ਜੀ ਦਾ ਦਿਲ ਇਸ ਕਦਰ ਸਖਤ ਸੀ ਕਿ ਕਿਸੇ ਦੀਆਂ ਗੱਲਾਂ ਨਾਲ ਨਹੀਂ ਪਿਘਲਦਾ ਸੀ। ਏਦਾਂ ਹੀ ਸਮਾਂ ਬੀਤ ਗਿਆ ਸੀ। ਮੇਰੀ ਭੈਣ ਦੀ ਨਣਦ ਦੇ ਵਿਆਹ ਦਾ ਸਮਾਂ ਹੋ ਗਿਆ। ਉਹ ਜਵਾਨ ਹੋ ਗਈ ਸੀ ਤੇ ਮੇਰੀ ਭੈਣ ਦਾ ਮੁੰਡਾ ਵੀ ਜਵਾਨ ਹੋ ਗਿਆ ਸੀ, ਪਰ ਮੇਰੀ ਭੈਣ ਨੇ ਉਸ ਨੂੰ ਪੁਲਿਸ ਦੀ ਨੌਕਰੀ ਜੁਆਇਨ ਨਹੀਂ ਕਰਨ ਦਿੱਤੀ। ਹੁਣ ਜੀਜਾ ਜੀ ਬਿਮਾਰ ਰਹਿਣ ਲੱਗੇ ਸੀ ਤੇ ਉਹਨਾਂ ਦੀ ਨੌਕਰੀ ਵੀ ਛੁੱਟ ਗਈ ਸੀ। ਬਹੁਤ ਸਮੇਂ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਆਈਆਂ ਸੀ। ਮੇਰੀ ਭੈਣ ਦੀ ਜਿਹੜੀ ਨਣਦ ਸੀ, ਉਸ ਦਾ ਘਰ ਵਾਲਾ ਅਤੇ ਉਸ ਦੀ ਭੈਣ ਉਸ ਔਰਤ ਦੇ ਬੱਚੇ ਸੀ ਜਿਨ੍ਹਾਂ ਦਾ ਸੋਨੇ ਦਾ ਸੈੱਟ ਜੀਜਾ ਜੀ ਨੇ ਖੋਇਆ ਸੀ ਤੇ ਔਰਤ ਮਿੰਨਤਾਂ ਕਰ ਰਹੀ ਸੀ। ਉਹ ਮੁੰਡਾ ਕਹਿਣ ਲੱਗਿਆ ਕਿ ਇਹ ਇਨਸਾਨ ਦੀ ਵਜ੍ਹਾ ਨਾਲ ਮੇਰੀ ਮਾਂ ਮਰ ਗਈ, ਮੇਰੀ ਭੈਣ ਦਾ ਰਿਸ਼ਤਾ ਟੁੱਟ ਗਿਆ, ਅਸੀਂ ਦੋਨੋਂ ਭੈਣ ਭਰਾ ਬੇਸਹਾਰਾ ਹੋ ਗਏ। ਮੇਰੀ ਭੈਣ ਨੇ ਨੌਕਰੀ ਕੀਤੀ ਤਾਂ ਮੈਨੂੰ ਪੜ੍ਹਾਇਆ। ਫਿਰ ਇੱਕ ਚੰਗਾ ਇਨਸਾਨ ਇਸ ਦੀ ਮੁਲਾਕਾਤ ਹੋਈ ਜਿਸ ਨੇ ਮੇਰੀ ਭੈਣ ਦੇ ਨਾਲ ਮੈਨੂੰ ਵੀ ਸਹਾਰਾ ਦਿੱਤਾ ਤੇ ਅੱਜ ਉਹੀ ਸੈੱਟ ਇਹ ਇਨਸਾਨ ਆਪਣੀ ਭੈਣ ਨੂੰ ਦੇਣਾ ਚਾਹੁੰਦਾ ਤਾਂ ਜੋ ਉਸ ਦੀ ਭੈਣ ਆਪਣੇ ਸਹੁਰਿਆਂ ਵਿੱਚ ਇੱਜ਼ਤ ਨਾਲ ਰਹਿ ਸਕੇ। ਇਸ ਦੀ ਵਜ੍ਹਾ ਨਾਲ ਮੇਰੀ ਭੈਣ ਦਾ ਘਰ ਵਸਣ ਤੋਂ ਪਹਿਲਾਂ ਹੀ ਬਰਬਾਦ ਹੋ ਗਿਆ ਸੀ। ਮੈਂ ਇਸ ਘਰ ਵਿੱਚ ਵਿਆਹ ਨਹੀਂ ਕਰਾਂਗਾ। ਭੈਣ ਨੇ ਉਹਨਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਇਸ ਵਿੱਚ ਮੇਰੀ ਨਣਦ ਦਾ ਕੋਈ ਕਸੂਰ ਨਹੀਂ। ਮੇਰੀ ਭੈਣ ਨੇ ਕਿਹਾ ਕਿ ਮੈਂ ਉਸ ਸਮੇਂ ਵੀ ਬਹੁਤ ਕਿਹਾ ਸੀ ਕਿ ਸੈੱਟ ਵਾਪਸ ਕਰ ਦਿਓ, ਪਰ ਮੇਰੇ ਘਰ ਵਾਲੇ ਨੇ ਮੇਰੀ ਨਾ ਮੰਨੀ। ਪਿਛਲੇ 4 ਸਾਲ ਤੋਂ ਬਿਮਾਰ ਨੇ ਤੇ ਇਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਅਤੇ ਮੇਰੇ ਜੀਜਾ ਜੀ ਅੱਖਾਂ ਨੀਵੀਆਂ ਕਰੀ ਬੈਠੇ ਸੀ। ਮੇਰੀ ਭੈਣ ਨੇ ਕਿਹਾ ਕਿ ਮੇਰੀ ਨਣਦ ਬੇਕਸੂਰ ਹੈ ਅਤੇ ਉਸ ਮੁੰਡੇ ਦੇ ਪੈਰਾਂ 'ਚ ਬੈਠ ਕੇ ਰੋਣ ਲੱਗੀ। ਉਸ ਮੁੰਡੇ ਦੀ ਭੈਣ ਮੇਰੀ ਭੈਣ ਦੇ ਕੋਲ ਆਈ ਤੇ ਉਸ ਨੂੰ ਗਲੇ ਲਾ ਲਿਆ ਤੇ ਕਹਿਣ ਲੱਗੀ, ਤੁਸੀਂ ਚਿੰਤਾ ਨਾ ਕਰੋ, ਮੇਰਾ ਭਰਾ ਤੁਹਾਡੀ ਨਣਦ ਦੇ ਨਾਲ ਹੀ ਵਿਆਹ ਕਰੂਗਾ, ਪਰ ਇਹ ਸੋਨੇ ਦਾ ਸੈੱਟ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਸਾਨੂੰ ਆਪਣਾ ਬੁਰਾ ਸਮਾਂ ਯਾਦ ਆਉਂਦਾ ਹੈ। ਉਸ ਨੇ ਆਪਣੇ ਭਰਾ ਨੂੰ ਸਮਝਾਇਆ ਕਿ ਜਿਸ ਦਾ ਕਸੂਰ ਸੀ ਉਸ ਦੀ ਹਾਲਤ ਤੇਰੇ ਸਾਹਮਣੇ ਹੈ, ਉਹ ਆਪ ਅਪਾਹਜ ਹੋ ਚੁੱਕਿਆ, ਇਸ ਲਈ ਹੁਣ ਤੂੰ ਇਹਨਾਂ ਦੀ ਧੀ ਤੇ ਜ਼ੁਲਮ ਨਾ ਕਰ। ਭੈਣ ਦੀ ਨਣਦ ਦਾ ਵਿਆਹ ਹੋ ਗਿਆ ਸੀ ਅਤੇ ਉਹ ਵਿਦਾ ਹੋ ਕੇ ਆਪਣੇ ਘਰ ਚਲੀ ਗਈ ਤੇ ਮੇਰੇ ਘਰ ਵਾਲੇ ਦਾ ਰੋ ਰੋ ਬੁਰਾ ਹਾਲ ਸੀ। ਉਸ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲ ਰਹੀ ਸੀ। ਨਜਾਇਜ਼ ਪੈਸਾ ਕਮਾਉਣਾ ਆਸਾਨ ਹੈ, ਪਰ ਇਸ ਦਾ ਨਤੀਜਾ ਝੱਲਣਾ ਬਹੁਤ ਔਖਾ ਹੈ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨੋਟੀਫਿਕੇਸ਼ਨ ਬੈਲ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਅਗਲੀ ਕਹਾਣੀ ਤੁਹਾਡੇ ਕੋਲ ਜਲਦੀ ਤੇ ਪਹਿਲਾਂ ਪਹੁੰਚੇ। ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਇਦਾਂ ਹੀ ਸਪੋਰਟ ਕਰਿਓ। ਆਪਾਂ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।